ਇੱਥੇ ਜੇ ਅਸੀਂ 5-7-10 ਲੱਖ ਰੁਪਏ ਲਾ ਕੇ ਕੋਈ ਕਾਰੋਬਾਰ ਵੀ ਸ਼ੁਰੂ ਕਰਦੇ ਹਾਂ, ਬੱਚੇ ਨੂੰ ਕੋਈ ਦੁਕਾਨਦਾਰੀ ਕੋਈ ਕਾਰੋਬਾਰ ਦੀ ਸ਼ੁਰੂਆਤ ਕਰਾਉਂਦੇ ਤਾਂ ਵੀ ਪਤਾ ਨਹੀਂ ਚੱਲਣਾ ਨਹੀਂ ਚੱਲਣਾ। ਬਟ ਜੇ 10 ਤੋਂ 12 ਲੱਖ ਰੁਪਏ ਲਾ ਕੇ ਅਸੀਂ ਬੱਚੇ ਨੂੰ 12ਵੀਂ ਕਰਾ ਕੇ ਅਗਰ ਫਰਦਰ ਪੜ੍ਹਾਈ ਲਈ ਕਿਸੇ ਕੰਟਰੀ 'ਚ ਕੈਨੇਡਾ 'ਚ UK 'ਚ ਆਸਟ੍ਰੇਲੀਆ 'ਚ ਭੇਜ ਦਿੰਦੇ ਹਾਂ ਤਾਂ ਇੰਨਾ ਪਤਾ ਵੀ ਚੱਲ 2-4 ਸਾਲ ਬਾਅਦ 5 ਸਾਲ ਬੱਚਾ ਪੱਕਾ ਹੋ ਜਾਊਗਾ, ਆਪਣੇ ਪੈਰਾਂ 'ਤੇ ਖੜੋ ਜਾਊਗਾ ਔਰ ਕਿਤੇ ਨਾ ਕਿਤੇ ਸਾਡੇ ਬੁਢਾਪੇ ਦਾ ਵੀ ਸਹਾਰਾ ਬਣੇਗਾ। ਕੋਈ ਵੀ ਪਰਿਵਾਰ ਦਾ ਉਹ ਬੱਚਾ ਜਿਹਦੇ ਮਾਂ ਪਿਓ ਦਾ ਇੱਥੇ ਆਪਦਾ ਬਿਜ਼ਨਸ ਹੈ, ਕੋਈ ਫੈਕਟਰੀ ਹੈ, ਕੋਈ ਇਹੋ ਜਿਹਾ ਧੰਦਾ, ਕੋਈ ਇਹੋ ਜਿਹਾ ਪ੍ਰੋਫੈਸ਼ਨ, ਕੋਈ ਇਹੋ ਜਿਹਾ ਕੰਮ ਹੈ ਜੋ ਅੱਗੇ ਉਹ ਚਲਾ ਸਕਦਾ, ਉਹ ਪਰਿਵਾਰ ਦਾ ਇਕੱਲਾ ਇਕਲੌਤਾ ਬੱਚਾ ਹੈ, ਉਹਨੂੰ ਬਾਹਰ ਕਦੇ ਨਹੀਂ ਜਾਣਾ ਚਾਹੀਦਾ। ਮੇਰੀ ਇਹ ਗੱਲ ਬਹੁਤੇ ਲੋਕਾਂ ਨੂੰ ਸ਼ਾਇਦ ਪਸੰਦ ਨਾ ਆਵੇ, ਬਟ ਅੱਜ ਇਸ ਐਪੀਸੋਡ ਵਿੱਚ ਜਿਹੜਾ ਇਹ ਨਵਾਂ ਸ਼ੋਅ ਤੁਹਾਨੂੰ ਸ਼ੁਰੂ ਕੀਤਾ ਜਾ ਰਿਹਾ ਸੁਪਨਿਆਂ ਦੀ ਉਡਾਨ, ਇਹ 'ਚ ਅਸੀਂ ਇੱਕ ਉਹ ਗੱਲਾਂ ਕਰਨੀਆਂ ਜਿਹੜੀਆਂ ਅੱਜ ਤੱਕ ਕਦੇ ਕਿਸੇ ਮੰਚ ਨੇ ਕਿਸੇ ਕੰਸਲਟੈਂਟ ਨੇ ਨਹੀਂ ਕੀਤੀਆਂ। ਇੱਕ ਮਿਡਲ ਕਲਾਸ ਫੈਮਿਲੀ ਦਾ ਬੰਦਾ ਜਿਹੜਾ ਫਾਦਰ ਇੱਥੇ ਜੌਬ ਕਰ ਰਿਹਾ, ਉਹਦਾ ਕੋਈ ਬਿਜ਼ਨਸ ਨਹੀਂ, ਉਹਨੂੰ ਲੱਗਦਾ ਕਿ ਮੇਰੇ ਬੱਚੇ ਦਾ ਫਿਊਚਰ ਅੱਗੇ ਮੇਰੇ ਇਸ ਪੇਸ਼ੇ ਵਿੱਚ ਤਾਂ ਨਹੀਂ ਚੱਲ ਸਕਦਾ ਕਿਉਂਕਿ ਉਹ ਨੌਕਰੀ ਤਾਂ ਨਹੀਂ ਮੇਰੇ ਕੋਲ, ਬਟ ਉਹਨੂੰ ਮੈਂ ਕੋਈ ਵਧੀਆ ਕਾਰੋਬਾਰ 'ਚ ਪਾਉਣਾ ਚਾਹੁੰਦਾ। 2 ਬੱਚੇ ਨੇ ਜਾਂ 3 ਬੱਚੇ ਨੇ, ਉਹਨਾਂ ਵਿੱਚੋਂ ਇੱਕ ਬੱਚੇ ਨੂੰ ਜਾਂ 2 ਬੱਚਿਆਂ ਨੂੰ ਜ਼ਰੂਰ ਬਾਹਰ ਦੇ ਮੁਲਕ ਭੇਜੋ। ਮੈਂ ਉਸ ਬੱਚੇ ਨੂੰ ਬਾਹਰ ਜਾਣ ਦੀ ਸਲਾਹ ਦਊਂਗਾ ਜਿਹਨੇ +2 ਪਾਸ ਕੀਤੀ ਹੈ, ਨੰਬਰ ਉਹਦੇ 60% ਹੈ ਐਂਡ ਉਹ ਬੱਚੇ ਦੇ IELTS 6 ਬੈਂਡ ਹੈ, ਦੁਨੀਆ ਦੇ ਕਿਸੇ ਮੁਲਕ ਜਾ ਸਕਦਾ। ਬਾਰ-ਬਾਰ IELTS ਕਰਨ ਦੇ ਬਾਵਜੂਦ ਵੀ 6 ਬੈਂਡ ਨਹੀਂ ਲੈ ਪਾਉਂਦੇ, ਉਹ ਨਕਲ ਮਾਰ ਕੇ ਪਾਸ ਹੋਣ ਦੇ ਬਾਵਜੂਦ ਵੀ 55-60% ਨੰਬਰ ਨਹੀਂ ਆਉਂਦੇ। ਇਹੋ ਜਿਹੇ ਬੱਚਿਆਂ ਦੀ ਲੌਬੀ ਲਈ ਸਾਡੇ ਕੋਲ ਬੜੀਆਂ ਕੰਟਰੀ ਦੀ ਆਪਸ਼ਨ ਹੈ। ਪੰਜਾਬ ਹੀ ਨਹੀਂ, ਪੂਰੇ ਨਾਰਥ ਇੰਡੀਆ 'ਚ RS ਗਲੋਬਲ ਐਜੂਕੇਸ਼ਨ ਦੀ ਇਕਲੌਤੀ ਸਿੰਗਲ ਇਹੋ ਜਿਹੀ ਕੰਪਨੀਆਂ ਜੋ ਘੱਟੋ ਘੱਟ 30 ਮੁਲਕਾਂ 'ਚ ਬੱਚੇ ਭੇਜਦੀ ਔਰ 3000 ਤੋਂ ਉੱਪਰ ਯੂਨੀਵਰਸਿਟੀ ਕਾਲਜ ਨੂੰ ਸਿੱਧੇ ਤੌਰ 'ਤੇ ਰਿਪਰੈਜ਼ੈਂਟ ਕਰਦੀ ਹੈ। ਜੇ ਤੁਸੀਂ ਇੱਕ ਚੰਗਾ ਭਵਿੱਖ ਚਾਹੁੰਦੇ ਹੋ ਤਾਂ ਵੀਜ਼ਾ ਲੈਣਾ ਪ੍ਰੋਬਲਮ ਦਾ ਹੱਲ ਨਹੀਂ ਹੈ, ਉਹ ਤੁਹਾਡੀ ਪ੍ਰੋਬਲਮ ਦੇ ਹੱਲ ਦੀ ਪਹਿਲੀ ਪੌੜੀ ਜ਼ਰੂਰ ਹੈ। ਸੋ ਅਸੀਂ ਬੱਚੇ ਨੂੰ ਵੀਜ਼ਾ ਲੱਗਣ ਤੋਂ ਬਾਅਦ ਉੱਥੇ ਪੋਸਟ ਲੈਂਡਿੰਗ ਸਰਵਿਸ ਤੱਕ ਵੀ ਉੱਥੇ ਸਰਵਿਸ ਦਿੰਦੇ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਤੁਹਾਡਾ ਸਾਰਿਆਂ ਦਾ ਸਾਡੇ ਨਵੇਂ ਸ਼ੋਅ ਸੁਪਨਿਆਂ ਦੀ ਉਡਾਨ ਦੇ ਵਿੱਚ, ਜਿਹਦੇ ਵਿੱਚ ਅਸੀਂ ਡਿਸਕਸ ਕਰਾਂਗੇ ਕੁਝ ਇਹੋ ਜਿਹੇ ਸਵਾਲ ਜੋ ਕਿ ਪੰਜਾਬ ਦੇ ਹਰ ਇੱਕ ਸਟੂਡੈਂਟ ਦੇ ਮਨ ਵਿੱਚ ਹੁੰਦੇ ਹਨ ਜੋ ਬਾਹਰ ਜਾਣਾ ਚਾਹੁੰਦਾ ਹੈ। ਸੋ ਇਸ ਸ਼ੋਅ ਦੇ ਵਿੱਚ ਅਸੀਂ ਸਵਾਗਤ ਕਰਦੇ ਹਾਂ RS ਗਲੋਬਲ ਇਮੀਗ੍ਰੇਸ਼ਨ ਦੇ ਓਨਰ ਮਿਸਟਰ ਸੁਖਚੈਨ ਸਿੰਘ ਰਾਈ ਜੀ ਦਾ, ਜੋ ਪਿਛਲੇ 14 ਸਾਲ ਤੋਂ ਇਸ ਲਾਈਨ ਦੇ ਵਿੱਚ ਹਨ। ਥੈਂਕ ਯੂ ਜੀ। ਪ੍ਰੋਗਰਾਮ ਵੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ, ਮੇਰੀ ਸਮੁੱਚੀ ਟੀਮ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੋ ਅੱਜ ਕੋਸ਼ਿਸ਼ ਕਰ ਰਹੇ ਹਾਂ ਅਸੀਂ ਇਸ ਨਵੇਂ ਪ੍ਰੋਗਰਾਮ, ਨਵੇਕਲੇ ਪ੍ਰੋਗਰਾਮ ਸੁਪਨਿਆਂ ਦੀ ਉਡਾਨ ਨੂੰ ਲੈ ਕੇ ਤੁਹਾਡੇ ਮੂਹਰੇ ਅਸੀਂ ਉਹਨਾਂ ਸਾਰੇ ਸਵਾਲਾਂ ਦੇ ਜਵਾਬ ਦੇਣ ਦੀ ਕੋਸ਼ਿਸ਼ ਕਰਾਂਗੇ ਜੋ ਇੱਕ ਬੱਚੇ ਦੇ ਮਨ 'ਚ ਹੁੰਦੇ ਨੇ ਜਦੋਂ ਉਹਨੇ ਬਾਹਰ ਜਾਣ ਦਾ ਪਹਿਲਾ ਸਟੈਪ ਲੈਣਾ ਹੁੰਦਾ। ਸੋ ਪਹਿਲੇ ਸਟੈਪ ਤੋਂ ਲੈ ਕੇ ਪੱਕੇ ਹੋਣ ਤੱਕ ਦਾ ਇੱਕ ਲੰਬਾ ਸਫ਼ਰ, ਇੱਕ ਬਹੁਤ ਲੰਬਾ ਸਫ਼ਰ ਜਿਹਦੇ 'ਚ ਹਜ਼ਾਰਾਂ ਸਵਾਲ ਬੱਚੇ ਦੇ ਮਨ 'ਚ ਆਉਂਦੇ ਜਦੋਂ ਉਹਨੇ ਪਹਿਲਾ ਕਦਮ ਪੁੱਟਣਾ ਹੁੰਦਾ। ਸੋ ਕੋਸ਼ਿਸ਼ ਕਰਾਂਗੇ ਹਰ ਇੱਕ ਸਵਾਲ ਨੂੰ ਕਵਰ ਕੀਤਾ ਜਾਵੇ। ਤਕਰੀਬਨ 20 ਤੋਂ 22 ਮਿੰਟ ਦਾ ਇੱਕ ਪ੍ਰੋਗਰਾਮ ਹੋਏਗਾ ਅਤੇ ਤੁਹਾਡੀ ਸੇਵਾ 'ਚ ਕਈ ਪ੍ਰੋਗਰਾਮ ਪੇਸ਼ ਕੀਤੇ ਜਾਣਗੇ। ਤੁਸੀਂ ਬਾਹਰ ਪੜ੍ਹਨ ਜਾਣਾ ਚਾਹੁੰਦੇ ਹੋ, ਬਾਹਰ ਪੱਕੇ ਤੌਰ ਤੇ ਜਾਣਾ ਚਾਹੁੰਦੇ ਹੋ, ਚਾਹੇ ਉਹ UK ਹੈ, ਚਾਹੇ ਉਹ ਕੈਨੇਡਾ ਹੈ, ਚਾਹੇ ਉਹ ਆਸਟ੍ਰੇਲੀਆ ਹੈ, ਚਾਹੇ ਉਹ ਯੂਰਪ, ਚਾਹੇ ਉਹ ਸਿੰਗਾਪੁਰ, ਚਾਹੇ ਉਹ ਸਾਈਪਰਸ, ਦੁਨੀਆ ਦੇ ਕਿਸੇ ਵੀ ਕੰਟਰੀ 'ਚ ਤੁਸੀਂ ਪੜ੍ਹਨ ਜਾਣਾ ਜਾਂ ਪੱਕੇ ਤੌਰ 'ਤੇ ਜਾਣਾ, ਤੁਹਾਡੇ ਮਨ 'ਚ ਕੋਈ ਸਵਾਲ ਨੇ, ਤੁਸੀਂ ਹੇਠਾਂ ਜੋ ਨੰਬਰ ਚੱਲ ਰਿਹਾ 70509 70509 ਇਸ ਨੰਬਰ 'ਤੇ ਕਾਲ ਕਰਕੇ WhatsApp ਮੈਸੇਜ ਕਰ ਸਕਦੇ ਹੋ। ਤੁਹਾਡੇ ਕਿਹੜੇ ਸਵਾਲ ਦਾ ਜਵਾਬ ਦਿੱਤਾ ਜਾਵੇ। ਅਸੀਂ ਅਗਲੇ ਐਪੀਸੋਡ 'ਚ ਤੁਹਾਡੇ ਉਸ ਸਵਾਲ ਨੂੰ ਮੁੱਦਾ ਬਣਾ ਕੇ ਜਾਂ ਵਿਚਾਰ ਚਰਚਾ ਬਣਾ ਕੇ ਡਿਸਕਸ ਕਰਨ ਦੀ ਕੋਸ਼ਿਸ਼ ਕਰਾਂਗੇ। ਸੋ ਸਵਾਗਤ ਤੁਹਾਡਾ ਸਾਰਿਆਂ ਦਾ ਇਸ ਪ੍ਰੋਗਰਾਮ ਦੇ ਵਿੱਚ। ਪਹਿਲੀ ਲੜੀ ਵਿੱਚ ਵੀਡੀਓ ਚੰਗੀ ਲੱਗੇ ਆਪ ਦੇਖੋ, ਆਪਣੇ ਦੋਸਤਾਂ ਤੱਕ, ਭੈਣਾਂ ਭਰਾਵਾਂ ਤੱਕ ਇਹ WhatsApp ਜ਼ਰੀਏ ਜਾਂ ਹਰ ਤਰ੍ਹਾਂ ਦੇ ਡਿਜੀਟਲ ਪਲੇਟਫਾਰਮ ਦੇ ਮਾਧਿਅਮ ਜ਼ਰੀਏ ਤੁਸੀਂ ਸ਼ੇਅਰ ਜ਼ਰੂਰ ਕਰਿਓ ਤਾਂ ਕਿ ਤੁਹਾਡੇ ਹਰ ਇੱਕ ਚਾਹੁਣ ਵਾਲੇ ਸੱਜਣ ਮਿੱਤਰ, ਭੈਣ ਭਰਾ, ਰਿਸ਼ਤੇਦਾਰ ਇਹ ਵੀਡੀਓ ਵੇਖ ਕੇ ਆਪਣੇ ਇੱਕ ਨਵੇਂ ਕਰੀਅਰ ਦੀ ਸ਼ੁਰੂਆਤ ਇੱਕ ਨਵੇਕਲੇ ਤਰੀਕੇ ਨਾਲ ਕਰ ਸਕਣ। ਸਰ, ਜਿਵੇਂ ਕਿ ਮੇਰਾ ਫਸਟ ਕੁਐਸਚਨ ਇਹ ਹੈ ਕਿ ਪੰਜਾਬ ਦਾ ਹਰ ਇੱਕ ਬੱਚਾ ਚਾਹੁੰਦਾ ਹੈ ਕਿ ਮੈਂ ਆਪਣੀ ਜਿਹੜੀ ਸਟੱਡੀ ਆ ਉਹ ਬਾਹਰ ਜਾ ਕੇ ਕਰਾਂ। ਸੋ ਕਿਹੜੇ ਬੱਚੇ ਨੂੰ ਸਟੱਡੀ ਕਰਨ ਲਈ ਬਾਹਰ ਜਾਣਾ ਚਾਹੀਦਾ ਹੈ? ਬੱਚੇ ਕਿਉਂ ਚਾਹੁੰਦੇ ਨੇ ਬਾਹਰ ਜਾਣ ਲਈ? ਮੇਰਾ ਫਸਟ ਕੁਐਸਚਨ ਇਹ ਹੈ। ਮੈਡਮ, ਤੁਹਾਡੇ ਸਵਾਲ ਨੂੰ ਮੈਂ ਹੋਰ ਗੰਭੀਰਤਾ ਨਾਲ, ਹੋਰ ਡੂੰਘਾਈ ਨੂੰ ਲੈ ਕੇ ਜਾਣਾ। ਜਿੱਥੇ ਤੱਕ ਮੈਂ 14 ਸਾਲ ਤੋਂ ਇਸ ਇੰਡਸਟਰੀ 'ਚ ਬੱਚੇ ਦੇ ਬਲਬਲੇ ਜਾਂ ਬੱਚੇ ਦੇ ਜਜ਼ਬਾਤ ਜਾਂ ਭਾਵਨਾਵਾਂ ਸਮਝਦਾ, ਤਕਰੀਬਨ 100 ਵਿੱਚੋਂ ਕੇਵਲ 5 ਤੋਂ 7% ਬੱਚੇ ਇਹੋ ਜਿਹੇ ਜਿਹੜੇ ਵਾਕਈ ਪੜ੍ਹਨ ਜਾਣਾ ਚਾਹੁੰਦੇ ਨੇ। ਬਟ ਬਾਕੀ 90 ਤੋਂ 92% 93% ਬੱਚੇ ਉਹ ਹੁੰਦੇ ਨੇ ਜਿਹੜੇ ਸਿਰਫ ਉਸ ਮੁਲਕ 'ਚ ਪਹੁੰਚ ਕੇ ਇੱਕ ਚੰਗੇ ਭਵਿੱਖ ਦੀ ਸ਼ੁਰੂਆਤ ਕਰਨਾ ਚਾਹੁੰਦੇ ਆ, ਇੱਕ ਬੈਟਰ ਫਿਊਚਰ ਲੈਣਾ ਚਾਹੁੰਦੇ ਆ। ਕੈਨੇਡਾ ਜਾਣ ਵਾਲਾ ਕੁਝ ਕੁ ਬੱਚੇ ਜਿਹੜੇ ਡਿਗਰੀ 'ਚ ਜਾਂਦੇ ਨੇ ਜਾਂ ਅੱਛੇ IELTS ਦੇ ਬੈਂਡਸ ਨੇ, ਅੱਛੀ ਕੁਆਲੀਫਿਕੇਸ਼ਨ ਹੈ, ਸੋਹਣੇ ਨੰਬਰ ਲਏ ਹੈ, ਉਹ ਬੱਚੇ ਦੀ ਇੰਟੈਂਸ਼ਨ ਕਿਤੇ ਨਾ ਕਿਤੇ ਪੜ੍ਹਾਈ ਕਰਨਾ ਹੋ ਸਕਦੀ। ਬਟ ਪੰਜਾਬ ਦੇ ਵਿੱਚ ਉਹ ਲੌਬੀ ਬੜੀ ਥੋੜ੍ਹੀ ਹੈ। 90% ਤੋਂ ਲੌਬੀ ਇਹੋ ਜਿਹੀ ਹੈ, ਜਦ ਉੱਪਰ ਲੌਬੀ ਇਹੋ ਜਿਹੀ ਹੈ ਜਿਹੜੇ ਬੱਚੇ ਪੜ੍ਹਨਾ ਨਹੀਂ ਚਾਹੁੰਦੇ ਬਟ ਪੜ੍ਹਾਈ ਦਾ ਬਹਾਨਾ ਲੈ ਕੇ
ਪੜ੍ਹਾਈ ਦਾ ਇੱਕ ਮਾਧਿਅਮ ਲੈ ਕੇ, ਰਸਤਾ ਲੈ ਕੇ, ਪੌੜੀ ਬਣਾ ਕੇ ਜਾਂ ਉਹਨੂੰ ਬ੍ਰਿਜ ਬਣਾ ਕੇ ਉਸ ਮੁਲਕ 'ਚ ਪਹੁੰਚ ਕੇ ਇੱਕ ਚੰਗਾ ਫਿਊਚਰ ਲੈਣਾ ਚਾਹੁੰਦੇ ਹੋ। ਬਟ ਠੀਕ ਹੈ, ਅੱਜ ਤੋਂ ਜੇ ਮੈਂ ਕੁਝ ਸਾਲ ਪੁਰਾਣੀ ਗੱਲ ਕਰਾਂ, ਥੋੜੀ ਝਾਤ ਮਾਰਦੇ ਪੁਰਾਣੀ, ਇਸ ਸਵਾਲ ਨਾਲ ਕੋਈ ਤਾਲੁਕਾਤ ਨਹੀਂ, ਬਟ ਫਿਰ ਵੀ ਸ਼ਾਇਦ ਤੁਹਾਨੂੰ ਸਮਝਣ 'ਚ ਆਸਾਨੀ ਮਿਲੇ। ਬਾਹਰ ਜਾਣ ਦਾ ਜਿਹੜਾ ਇਹ ਇੱਕ ਰਿਵਾਜ ਸ਼ੁਰੂ ਹੋਇਆ ਤਕਰੀਬਨ 1947 ਤੋਂ ਕਿਤੇ ਪਹਿਲਾਂ ਦਾ ਸੀ। ਬਟ ਉਦੋਂ ਗੱਲ ਸੀ ਕਿ ਜਿਹੜੇ ਜ਼ਿਮੀਂਦਾਰ ਪਰਿਵਾਰਾਂ ਦੇ ਲੋਕ ਸੀ, ਚੰਗੇ ਘਰਾਂ ਦੇ ਲੋਕ ਸੀ, ਜਿਨ੍ਹਾਂ ਦੇ ਮਾਂ ਪਿਓ ਕੋਲ ਚੰਗੀ ਆਮਦਨ ਸੀਗੀ, ਉਹ ਆਪਣੇ ਬੱਚੇ ਨੂੰ ਵਲੈਤ, ਲੰਡਨ 'ਚ ਪੜ੍ਹਾਈ ਕਰਨ ਭੇਜਦੇ ਸੀ, ਕਿਉਂਕਿ ਹਿੰਦੁਸਤਾਨ ਦੀ ਪੜ੍ਹਾਈ ਉਹਨਾਂ ਨੂੰ ਪਸੰਦ ਨਹੀਂ ਸੀ। ਉਸ ਤੋਂ ਬਾਅਦ ਹੌਲੀ ਹੌਲੀ ਇਹ ਜਿਹੜਾ ਰਿਵਾਜ ਸੀਗਾ ਉਹ ਲੋਕਾਂ ਦੀ ਲੋੜ ਬਣਦਾ ਗਿਆ, ਫਿਰ ਸਟੇਟਸ ਸਿੰਬਲ ਬਣਦਾ ਗਿਆ। ਬਟ ਅੱਜ ਫਿਰ ਦੁਬਾਰਾ ਲੋੜ ਬਣ ਗਿਆ। ਸਟੇਟਸ ਸਿੰਬਲ ਤੋਂ ਹੁੰਦਾ ਹੋਇਆ ਅੱਜ ਇੱਕ ਮਿਡਲ ਕਲਾਸ ਬੰਦਾ ਜਿਹੜਾ ਇੱਕ ਗਵਰਨਮੈਂਟ ਏਮਪਲਾਈ ਹੈ, ਜਿਹੜਾ ਜੌਬ ਓਰੀਐਂਟਡ ਬੰਦਾ ਹੈ, ਚਾਹੇ ਉਹ ਟੀਚਰ ਹੈ, ਚਾਹੇ ਉਹ ਬੈਂਕਰ ਹੈ, ਚਾਹੇ ਉਹ ਕੋਈ ਪੁਲਿਸ ਮਹਿਕਮੇ 'ਚ ਲੱਗਾ ਹੈ ਜਾਂ ਕੋਈ ਸਿਵਲ ਡਿਪਾਰਟਮੈਂਟ 'ਚ ਕੰਮ ਕਰ ਰਿਹਾ, ਕੋਈ ਵੀ ਇੱਕ ਸਰਕਾਰੀ ਇੰਪਲੋਈ ਹੈ ਜਿਹੜਾ ਇੱਕ ਇਹੋ ਜਿਹਾ ਜੌਬ ਵਾਲਾ ਬੰਦਾ ਜਿਹਦੀ ਆਮਦਨ 30-40 ਹਜ਼ਾਰ ਤੋਂ ਲੈ ਕੇ 50-60 ਹਜ਼ਾਰ ਤੱਕ ਹੁੰਦੀ ਹੈ। ਇਹਨੂੰ ਪਤਾ ਕਿ ਮੈਂ ਤਾਂ ਆਪਣੀ ਨੌਕਰੀ ਔਖੇ ਸੌਖੇ ਹੁਣ ਜਿੱਦਾਂ ਮਰਜ਼ੀ ਹਾਲਾਤਾਂ 'ਚ ਕਰ ਲਈ। ਬਟ ਅੱਗੇ ਜੋ ਸਰਕਾਰਾਂ ਦੇ ਬੱਚਿਆਂ, ਲੋਕਾਂ ਪ੍ਰਤੀ, ਨੌਜਵਾਨਾਂ ਪ੍ਰਤੀ ਰੁਝਾਨ ਹੈ, ਜਾਂ ਜੋ ਸਰਕਾਰ ਦੀਆਂ ਸਕੀਮਾਂ ਜਾਂ ਜੋ ਸਰਕਾਰ ਦੇ ਨਵੇਂ ਪੈਂਤੜੇ ਨੇ, ਨਵੀਆਂ ਪਾਲਿਸੀਜ਼ ਨੇ ਨੌਜਵਾਨਾਂ ਨੂੰ ਲੈ ਕੇ, ਉਹਦੇ 'ਚ ਕਿਤੇ ਕਿਤੇ ਮੇਰਾ ਬੱਚਾ ਫਸਦਾ ਨਜ਼ਰ ਆ ਰਿਹਾ। ਸੋ ਹਰ ਇੱਕ ਮਾਂ ਪਿਓ ਚਾਹੁੰਦਾ ਕਿ ਮੇਰਾ ਬੱਚਾ ਬਾਹਰਲੇ ਮੁਲਕ ਜਾ ਕੇ ਪੜ੍ਹ ਕੇ ਸੈਟਲ ਹੋ ਜਾਵੇ। ਅੱਜ ਮੈਂ ਇੱਕ ਫਾਦਰ ਹਾਂ, ਮੈਂ ਅਗਰ 50,000 ਦੀ ਨੌਕਰੀ ਕਿਸੇ ਬੈਂਕ ਦੀ ਜਾਂ ਕਿਸੇ ਸਕੂਲ ਜਾਂ ਕਿਸੇ ਅਦਾਰੇ 'ਚ ਕਰ ਰਿਹਾ, ਤਾਂ ਮੈਨੂੰ ਪਤਾ ਕਿ ਮੈਂ ਤਾਂ ਆਪਣੀ ਜ਼ਿੰਦਗੀ ਜਿੱਦਾਂ ਕੱਟਣੀ ਸੀ ਕੱਟਣੀ, ਪਰ ਮੇਰੇ ਬੱਚੇ ਦਾ ਭਵਿੱਖ ਵਧੀਆ ਹੋਏਗਾ ਤਾਂ ਹੀ ਜੇ ਮੈਂ ਉਹਨੂੰ ਇੰਡੀਆ ਤੋਂ ਬਾਹਰ ਕੱਢ ਦਾਂ। ਇਹ ਧਾਰਨਾ ਇੱਕ ਮਿਡਲ ਕਲਾਸ ਪਰਿਵਾਰ ਵਿੱਚ ਇੱਕ ਮਾਂ ਦੀ, ਇੱਕ ਪਿਓ ਦੀ ਬਣ ਚੁੱਕੀ ਹੈ, ਕਿਉਂਕਿ ਉਹਨਾਂ ਨੂੰ ਪਤਾ ਕਿ ਇੱਥੇ ਕੰਪੀਟੀਸ਼ਨ ਜ਼ਿਆਦਾ ਹੈ। ਇੱਥੇ ਜੇ ਅਸੀਂ 5-7-10 ਲੱਖ ਰੁਪਏ ਲਾ ਕੇ ਕੋਈ ਕਾਰੋਬਾਰ ਵੀ ਸ਼ੁਰੂ ਕਰਦੇ ਹਾਂ, ਬੱਚੇ ਨੂੰ ਕੋਈ ਦੁਕਾਨਦਾਰੀ, ਕੋਈ ਕਾਰੋਬਾਰ ਦੀ ਸ਼ੁਰੂਆਤ ਕਰੋਗੇ ਤਾਂ ਵੀ ਪਤਾ ਨਹੀਂ ਚੱਲਣਾ ਨਹੀਂ ਚੱਲਣਾ। ਬਟ ਜੇ 10 ਤੋਂ 12 ਲੱਖ ਰੁਪਏ ਲਾ ਕੇ ਅਸੀਂ ਬੱਚੇ ਨੂੰ 12ਵੀਂ ਕਰਾ ਕੇ ਅਗਰ ਫਰਦਰ ਪੜ੍ਹਾਈ ਲਈ ਕਿਸੇ ਕੰਟਰੀ 'ਚ, ਕੈਨੇਡਾ 'ਚ, UK 'ਚ, ਆਸਟ੍ਰੇਲੀਆ 'ਚ ਭੇਜ ਦਿੰਦੇ ਹਾਂ, ਤਾਂ ਇੰਨਾ ਪਤਾ ਵੀ ਚੱਲ ਗਾ 2-4 ਸਾਲ ਬਾਅਦ 5 ਸਾਲ ਬੱਚਾ ਪੱਕਾ ਹੋ ਜਾਊਗਾ, ਆਪਣੇ ਪੈਰਾਂ 'ਤੇ ਖੜੋ ਜਾਊਗਾ, ਔਰ ਕਿਤੇ ਨਾ ਕਿਤੇ ਸਾਡੇ ਬੁਢਾਪੇ ਦਾ ਵੀ ਸਹਾਰਾ ਬਣੇਗਾ। ਸੋ ਇਹ ਰਿਵਾਜ ਤੋਂ ਸਟੇਟਸ ਸਿੰਬਲ ਤੋਂ ਬਾਅਦ ਇੱਕ ਮਿਡਲ ਕਲਾਸ, ਇੱਕ ਮੱਧ ਵਰਗੀ ਪਰਿਵਾਰ ਦੀ ਲੋੜ ਬਣ ਚੁੱਕੀ ਹੈ। ਹੁਣ ਤੁਹਾਡੇ ਸਵਾਲ ਦਾ ਜਵਾਬ ਕਿ ਬੱਚਾ ਬਾਹਰ ਜਾਵੇ ਕੌਣ, ਬੜਾ ਵਧੀਆ ਸਵਾਲ ਤੁਹਾਡਾ। ਕੋਈ ਵੀ ਪਰਿਵਾਰ ਦਾ ਉਹ ਬੱਚਾ ਜਿਹਦੇ ਮਾਂ ਪਿਓ ਦਾ ਇੱਥੇ ਆਪਦਾ ਬਿਜ਼ਨਸ ਹੈ, ਕੋਈ ਫੈਕਟਰੀ ਹੈ, ਕੋਈ ਇਹੋ ਜਿਹਾ ਧੰਦਾ, ਕੋਈ ਇਹੋ ਜਿਹਾ ਪ੍ਰੋਫੈਸ਼ਨ, ਕੋਈ ਇਹੋ ਜਿਹਾ ਕੰਮ ਹੈ ਜੋ ਅੱਗੇ ਉਹ ਚਲਾ ਸਕਦਾ, ਉਹ ਪਰਿਵਾਰ ਦਾ ਇਕੱਲਾ ਇਕਲੌਤਾ ਬੱਚਾ ਹੈ, ਉਹਨੂੰ ਬਾਹਰ ਕਦੇ ਨਹੀਂ ਜਾਣਾ ਚਾਹੀਦਾ। ਅਗਰ ਉਹਦੇ ਮਾਂ ਪਿਓ ਨੂੰ ਲੱਗਦਾ ਕਿ ਮੈਂ ਇੱਥੇ ਆਪਣੇ ਕਾਰੋਬਾਰ 'ਚ ਬੱਚੇ ਨੂੰ ਨਾਲ ਐਡ ਆਨ ਕਰਕੇ ਆਪਣੇ ਬਿਜ਼ਨਸ ਨੂੰ ਹੋਰ ਐਕਸਪੈਂਡ ਕਰ ਸਕਦਾ, ਕਿਸੇ ਦੀ ਕੋਈ ਦੁਕਾਨ ਹੈ, ਕਿਸੇ ਦਾ ਕੋਈ ਕਾਰੋਬਾਰ, ਕਿਸੇ ਦੀ ਕੋਈ ਫੈਕਟਰੀ ਹੈ, ਕਿਸੇ ਦਾ ਕੋਈ ਦੁੱਧ ਵੇਚਣ ਦਾ ਕਾਰੋਬਾਰ ਹੈ, ਕਿਸੇ ਦੇ ਕੋਈ ਐਗਰੀਕਲਚਰ ਹੈ, ਕਿਸੇ ਦੀ ਕੋਈ ਦੁਕਾਨ ਹੈ, ਕਿਸੇ ਦੀ ਕੋਈ ਛੋਟੀ ਮੋਟੀ ਫੈਕਟਰੀ ਹੈ, ਕੋਈ ਪ੍ਰੋਡਕਸ਼ਨ ਹਾਊਸ ਹੈ, ਕੁਝ ਵੀ ਹੈ, ਉਸ ਬੰਦੇ ਨੂੰ ਲੱਗਦਾ ਕਿ ਮੈਂ ਆਪਣੇ ਇਕੱਲੇ ਬੱਚੇ ਨੂੰ ਬਾਹਰ ਨਹੀਂ ਭੇਜਣਾ, ਮੈਂ ਇੱਥੇ ਇੰਡੀਆ 'ਚ ਇੱਥੇ ਡਿਗਰੀ ਕਰਾ ਕੇ ਆਪਣੇ ਕਾਰੋਬਾਰ 'ਚ ਉਹਨੂੰ ਐਕਸਪੈਂਡ ਕਰਨਾ ਚਾਹੁੰਦਾ, ਤੇ ਉਸ ਬੱਚੇ ਨੂੰ ਬਾਹਰ ਨਹੀਂ ਜਾਣਾ ਚਾਹੀਦਾ। ਕਾਰਨ ਕੀ ਹੈ ਕਿ ਅੱਜ ਬੱਚਾ ਆਪਣਾ ਮਾਂ ਪਿਓ ਛੱਡ ਕੇ, ਆਪਣਾ ਵਤਨ ਛੱਡ ਕੇ, ਆਪਣੇ ਸਾਖ ਸੰਬੰਧੀ ਛੱਡ ਕੇ ਬਾਹਰ ਜਾਂਦਾ ਜ਼ਰੂਰ ਹੈ, ਬਟ ਉਹ ਸਾਰੀ ਉਮਰ ਲਈ ਆਪਣੇ ਮਾਂ ਪਿਓ ਤੋਂ ਦੂਰ ਹੋ ਜਾਂਦਾ ਹੈ। ਮੇਰੀ ਇਹ ਗੱਲ ਬਹੁਤੇ ਲੋਕਾਂ ਨੂੰ ਸ਼ਾਇਦ ਪਸੰਦ ਨਾ ਆਵੇ, ਬਟ ਅੱਜ ਇਸ ਐਪੀਸੋਡ ਵਿੱਚ ਜਿਹੜਾ ਨਵਾਂ ਸ਼ੋਅ ਤੁਹਾਨੂੰ ਸ਼ੁਰੂ ਕੀਤਾ ਜਾ ਰਿਹਾ ਸੁਪਨਿਆਂ ਦੀ ਉਡਾਨ, ਇਹ 'ਚ ਅਸੀਂ ਇੱਕ ਉਹ ਗੱਲਾਂ ਕਰਨੀਆਂ ਜਿਹੜੀਆਂ ਅੱਜ ਤੱਕ ਕਦੇ ਕਿਸੇ ਮੰਚ 'ਤੇ ਕਿਸੇ ਕੰਸਲਟੈਂਟ ਨੇ ਨਹੀਂ ਕੀਤੀਆਂ। ਸੋ ਉਹ ਬੱਚਾ ਜਿਹੜਾ ਮਾਂ ਪਿਓ ਦਾ ਇਕਲੌਤਾ ਬੱਚਾ, ਉਹਦੇ ਪਰਿਵਾਰ ਵਿੱਚ ਉਹਦੇ ਮਾਂ ਪਿਓ ਦਾ ਕੋਈ ਪਹਿਲਾਂ ਜੱਦੀ ਪੁਸ਼ਤੀ ਬਿਜ਼ਨਸ ਹੈ, ਉਹਨੂੰ ਬਿਜ਼ਨਸ ਨੂੰ ਹੋਰ ਐਕਸਪੈਂਡ ਕਰੇ, ਇਹਨੂੰ ਬਾਹਰ ਨਹੀਂ ਜਾਣਾ ਚਾਹੀਦਾ। ਜੇ ਜਾਣਾ ਵੀ ਹੈ, ਪੜ੍ਹਾਈ ਕਰੇ, ਡਿਗਰੀ ਲਵੇ, ਡਿਪਲੋਮਾ ਲਵੇ, ਪੜ੍ਹ ਕੇ ਵਾਪਸ ਆਪਣੇ ਮੁਲਕ ਆ ਕੇ ਆਪਣੇ ਉਸ ਪਰਿਵਾਰ ਨੂੰ, ਉਸ ਕਾਰੋਬਾਰ ਨੂੰ ਹੋਰ ਵਧਾਵੇ, ਜਿਵੇਂ ਮੈਂ UK ਜਾ ਕੇ ਪੜ੍ਹ ਕੇ ਵਾਪਸ ਆ ਕੇ ਇੱਥੇ ਆਪਣੇ ਬਿਜ਼ਨਸ ਨੂੰ ਵਧਾਇਆ। ਸੋ ਬੱਚਿਆਂ ਨੂੰ ਆਪਣੇ ਪਰਿਵਾਰ 'ਚ ਰਹਿਣਾ ਚਾਹੀਦਾ। ਯੈਸ, ਇੱਕ ਮਿਡਲ ਕਲਾਸ ਫੈਮਿਲੀ ਦਾ ਬੰਦਾ ਜਿਹੜਾ ਫਾਦਰ ਇੱਥੇ ਜੌਬ ਕਰ ਰਿਹਾ, ਉਹਦਾ ਕੋਈ ਬਿਜ਼ਨਸ ਨਹੀਂ, ਉਹਨੂੰ ਲੱਗਦਾ ਕਿ ਮੇਰੇ ਬੱਚੇ ਦਾ ਫਿਊਚਰ ਅੱਗੇ ਮੇਰੇ ਇਸ ਪੇਸ਼ੇ ਵਿੱਚ ਤਾਂ ਨਹੀਂ ਚੱਲ ਸਕਦਾ, ਕਿਉਂਕਿ ਉਹ ਨੌਕਰੀ ਤਾਂ ਨਹੀਂ ਮੇਰੇ ਕੋਲ, ਬਟ ਉਹਨੂੰ ਮੈਂ ਕੋਈ ਵਧੀਆ ਕਾਰੋਬਾਰ 'ਚ ਪਾਉਣਾ ਚਾਹੁੰਦਾ। 2 ਬੱਚੇ ਨੇ ਜਾਂ 3 ਬੱਚੇ ਨੇ, ਉਹਨਾਂ ਵਿੱਚੋਂ ਇੱਕ ਬੱਚੇ ਨੂੰ ਜਾਂ 2 ਬੱਚਿਆਂ ਨੂੰ ਜ਼ਰੂਰ ਬਾਹਰ ਦੇ ਮੁਲਕ ਭੇਜੋ, 2 ਸਾਲ ਡਿਪਲੋਮਾ ਕਰਾਓ, 3 ਸਾਲ ਡਿਗਰੀ ਕਰਾਓ, ਉਸ ਤੋਂ ਬਾਅਦ ਦੇਖੋ ਹਾਲਾਤ ਇੰਡੀਆ ਦੇ ਬੈਟਰ ਹੈ ਕਿ ਉਸ ਮੁਲਕ ਦੇ ਬੈਟਰ ਹੈ। ਮੈਂ ਉਸ ਬੱਚੇ ਨੂੰ ਬਾਹਰ ਜਾਣ ਦੀ ਸਲਾਹ ਦਊਂਗਾ ਜਿਹਨੇ +2 ਪਾਸ ਕੀਤੀ ਹੈ, ਨੰਬਰ ਉਹਦੇ 60% ਹੈ, ਐਂਡ ਉਹ ਬੱਚੇ ਦੇ IELTS ਤੋਂ 6 ਬੈਂਡ ਹੈ, ਦੁਨੀਆ ਦੇ ਕਿਸੇ ਮੁਲਕ ਜਾ ਸਕਦਾ ਹੈ। ਇਹੋ ਜਿਹੀ ਲੋਬੀ ਪੰਜਾਬ 'ਚ ਕੇਵਲ 30 ਤੋਂ 35% ਹੈ, ਜਿਹਦੇ ਨੰਬਰ 60% ਹੋਣ, IELTS 6 ਬੈਂਡ ਹੋਣ, ਔਰ ਰੀਸੈਂਟ ਪੜ੍ਹਿਆ ਹੋਵੇ, ਸਾਲ ਤੋਂ ਵੱਧ ਗੈਪ ਨਾ ਹੋਵੇ। ਕੇਵਲ 30 ਤੋਂ 35% ਲੋਬੀ ਇਹੋ ਜਿਹੀ ਬੱਚਿਆਂ ਦੀ ਹੈ। ਬਾਕੀ 60 ਤੋਂ 70% ਲੋਬੀ ਉਹਨਾਂ ਬੱਚਿਆਂ ਦੀ ਹੈ ਜਿਹੜੇ ਜਾਣੇ 'ਚ ਆਪਣੀ ਪੜ੍ਹਾਈ 2-4 ਸਾਲ ਦਾ ਗੈਪ ਪਵਾ ਚੁੱਕੇ ਹੁੰਦੇ ਆ, ਬਾਰ-ਬਾਰ IELTS ਕਰਨ ਦੇ ਬਾਵਜੂਦ ਵੀ 6 ਬੈਂਡ ਨਹੀਂ ਲੈ ਪਾਉਂਦੇ, ਔਰ ਨਕਲ ਮਾਰ ਕੇ ਪਾਸ ਹੋਣ ਦੇ ਬਾਵਜੂਦ ਵੀ 55-60% ਨੰਬਰ ਨਹੀਂ ਆਉਂਦੇ। ਇਹੋ ਜਿਹੇ ਬੱਚਿਆਂ ਦੀ ਲੋਬੀ ਲਈ ਸਾਡੇ ਕੋਲ ਬੜੀਆਂ ਕੰਟਰੀਜ਼ ਦੇ ਆਪਸ਼ਨ ਹੈ। ਜਿੱਥੋਂ ਤੱਕ RS ਗਲੋਬਲ ਇਮੀਗ੍ਰੇਸ਼ਨ ਦਾ ਸਵਾਲ ਆ, ਪਿਛਲੇ 14 ਸਾਲਾਂ ਤੋਂ ਤੁਹਾਨੂੰ ਇਹ ਸਰਵਿਸ ਦੇ ਰਿਹਾ, ਚਾਹੇ ਉਹ ਸਟੱਡੀ ਵੀਜ਼ ਦੀ ਗੱਲ ਹੋਵੇ, ਚਾਹੇ ਉਹ ਪੱਕੇ ਤੌਰ 'ਤੇ ਬਾਹਰ ਜਾਣ ਦੀ ਗੱਲ ਹੋਵੇ।
ਆਮ ਤੌਰ ਤੇ ਤੁਸੀਂ ਵੇਖਿਆ ਹੋਊਗਾ ਨਿਸ਼ਾ ਜੀ ਕੰਸਲਟੈਂਟ ਪੰਜਾਬ ਦੇ ਵਿੱਚ ਜਾਂ ਤਾਂ ਕੈਨੇਡਾ ਬੱਚੇ ਭੇਜਦੇ ਆ ਜਾਂ ਆਸਟ੍ਰੇਲੀਆ ਭੇਜਦੇ ਤੇ ਹੁਣ ਸਤੰਬਰ 2019 ਤੋਂ UK ਭੇਜਣੇ ਸ਼ੁਰੂ ਹੋਏ ਜਾਂ ਫਿਰ ਕੋਈ ਇੱਕ ਦੀ ਵਿਜ਼ਿਟ ਆਣੀ ਇਹੋ ਜਿਹੀ ਕੰਪਨੀ ਜਿਹੜੀ ਯੂਰਪ ਦੀਆਂ 2-4 ਕੰਟਰੀਜ਼ ਬੱਚੇ ਭੇਜਦੀ ਬਟ ਪੰਜਾਬ ਹੀ ਨਹੀਂ ਪੂਰੇ ਨਾਰਥ ਇੰਡੀਆ 'ਚ RS ਗਲੋਬਲ ਐਜੂਕੇਸ਼ਨ ਦੇ ਇਕਲੌਤੀ ਸਿੰਗਲ ਇਹੋ ਜਿਹੀ ਕੰਪਨੀ ਹੈ ਜੋ ਘੱਟੋ ਘੱਟ 30 ਮੁਲਕਾਂ 'ਚ ਬੱਚੇ ਭੇਜਦੀ ਹੈ ਔਰ 3000 ਤੋਂ ਉੱਪਰ ਯੂਨੀਵਰਸਿਟੀ ਕਾਲਜ ਨੂੰ ਸਿੱਧੇ ਤੌਰ ਤੇ ਰਿਪਰੈਜ਼ੈਂਟ ਕਰਦੀ ਹੈ। ਅੱਜ ਬੱਚੇ ਦੇ IELTS ਦੇ 6 ਬੈਂਡ ਹੈ, ਨੰਬਰ 60-70% ਹੈ। ਹੋਰ ਕੰਟਰੀਜ਼ ਦੀ ਆਪਸ਼ਨ ਹੈ ਜਿਵੇਂ UK ਜਾਂ ਕੈਨੇਡਾ ਜਾਂ ਆਸਟ੍ਰੇਲੀਆ ਜਾਂ ਨਿਊਜ਼ੀਲੈਂਡ। ਅੱਜ ਬੱਚੇ ਦੀ ਪੜ੍ਹਾਈ 'ਚ 5 ਤੋਂ 7 ਸਾਲ ਦਾ ਗੈਪ ਹੈ, ਬੱਚੇ ਦੇ ਬੈਂਡ 4.5 ਤੋਂ ਉੱਪਰ ਨਹੀਂ ਆ ਰਹੇ ਔਰ ਮਾਂ ਪਿਓ ਦਾ ਬਜਟ ਵੀ 4-5 ਲੱਖ ਰੁਪਏ ਤੋਂ ਉੱਪਰ ਨਹੀਂ ਹੈ। ਸਾਡੇ ਕੋਲ ਯੂਰਪ ਦੀਆਂ ਕਈ ਕੰਟਰੀ ਦੇ ਆਪਸ਼ਨ ਹੈ। ਸੋ RS ਗਲੋਬਲ ਦੇ ਜਿੱਥੋਂ ਤੱਕ ਸਵਾਲ ਆ ਮੇਰਾ ਜਾਂ ਮੇਰੇ ਕਾਉਂਸਲਰ ਦੇ ਜਿੱਥੋਂ ਤੱਕ ਸਵਾਲ ਹੈ, ਅਸੀਂ ਬੱਚੇ ਦੀ ਪ੍ਰੋਫਾਈਲ, ਬੱਚੇ ਦੀ ਐਜੂਕੇਸ਼ਨ, ਬੱਚੇ ਦਾ IELTS ਸਕੋਰ, ਬੱਚੇ ਦੇ ਮਾਪਿਓ ਦਾ ਫਾਈਨੈਂਸ਼ੀਅਲ ਬਜਟ ਵੇਖ ਕੇ ਬੱਚੇ ਨੂੰ ਇੱਕ ਚੰਗੀ ਕੰਟਰੀ, ਚੰਗਾ ਕਾਲਜ, ਚੰਗਾ ਕੋਰਸ ਸੁਜੈਸਟ ਕਰਦੇ ਜੋ ਬੱਚੇ ਨੂੰ ਉਹਦੇ ਪਹਿਲੀ ਪੌੜੀ ਵੀਜ਼ੇ ਤੱਕ ਪਹੁੰਚਾ ਸਕੇ। ਫਿਰ ਉਸ ਤੋਂ ਬਾਅਦ ਉਹਦੀ ਬਾਂਹ ਫੜਦੇ ਆ ਪੱਕੇ ਤੌਰ ਤੇ ਜਾਣ ਲਈ, ਕਿਉਂਕਿ ਬੱਚੇ ਨੂੰ ਕੇਵਲ ਵੀਜ਼ਾ ਲਵਾ ਕੇ ਦੇਣਾ ਪ੍ਰੋਬਲਮ ਦਾ ਸੋਲੂਸ਼ਨ ਨਹੀਂ ਹੈ। ਜੇ ਤੁਸੀਂ ਇੱਕ ਚੰਗਾ ਭਵਿੱਖ ਚਾਹੁੰਦੇ ਹੋ ਤਾਂ ਵੀਜ਼ਾ ਲੈਣਾ ਪ੍ਰੋਬਲਮ ਦਾ ਹੱਲ ਨਹੀਂ ਹੈ, ਉਹ ਤੁਹਾਡੀ ਪ੍ਰੋਬਲਮ ਦੇ ਹੱਲ ਦੀ ਪਹਿਲੀ ਪੌੜੀ ਜ਼ਰੂਰ ਹੈ। ਸੋ ਅਸੀਂ ਬੱਚੇ ਨੂੰ ਵੀਜ਼ਾ ਲੱਗਣ ਤੋਂ ਬਾਅਦ ਉੱਥੇ ਪੋਸਟ ਲੈਂਡਿੰਗ ਸਰਵਿਸ ਤੱਕ ਵੀ ਇੱਥੇ ਸਰਵਿਸ ਦਿੰਦੇ ਹਾਂ। ਸੋ ਬੱਚੇ ਨੂੰ ਬਾਹਰ ਜਾਣਾ ਚਾਹੀਦਾ, ਜ਼ਰੂਰ ਜਾਣਾ ਚਾਹੀਦਾ ਜਿਨ੍ਹਾਂ ਦੇ ਇੱਥੇ 2 ਜਾਂ 3 ਭੈਣ ਭਰਾ ਨੇ, 2-3 ਸਿਬਲਿੰਗਸ ਹੈ, ਤਾਂ ਕਿ ਕੱਲ੍ਹ ਨੂੰ ਚੰਗੇ ਮਾੜੇ ਸਮੇਂ 'ਚ ਇੱਕ ਬੱਚਾ, ਇੱਕ ਮੁੰਡਾ ਜਾਂ ਇੱਕ ਕੁੜੀ, ਇੱਕ ਧੀ ਜਾਂ ਪੁੱਤ ਜ਼ਰੂਰ ਮਾਂ ਪਿਓ ਦੇ ਕੋਲ ਮਾੜੇ ਸਮੇਂ ਨਹੀਂ ਹੋਵੇ। ਨਹੀਂ ਤਾਂ ਮੈਂ ਇਹੋ ਜਿਹੇ ਕਈ ਪਰਿਵਾਰ ਦੇਖੇ ਜਿਨ੍ਹਾਂ ਦਾ ਇਕਲੌਤਾ ਬੱਚਾ ਅੱਜ ਕੈਨੇਡਾ ਬੈਠਾ ਜਾਂ UK ਬੈਠਾ ਜਾਂ ਆਸਟ੍ਰੇਲੀਆ ਬੈਠਾ, ਕੱਲ੍ਹ ਨੂੰ ਇੱਥੇ ਮਾੜੇ ਚੰਗੇ ਸਮੇਂ 'ਚ ਉਹ ਬੱਚੇ ਦਾ ਮੂੰਹ ਤੱਕ ਨਹੀਂ ਵੇਖ ਪਾਉਂਦੇ। ਸੋ ਬੇਸਿਕਲੀ ਆਪਾਂ ਸਿਰਫ ਵੀਜ਼ਿਆਂ ਦੇ ਲਾਲਚ ਨੂੰ, ਪੈਸਿਆਂ ਦੇ ਲਾਲਚ ਨੂੰ, ਡਾਲਰ ਪਾਉਣ ਦੇ ਲਾਲਚ ਨੂੰ ਆਪਣੇ ਧੀਆਂ ਪੁੱਤ ਨੂੰ ਹੱਥੋਂ ਨਾ ਤੋਰੀਏ। ਬੁਢਾਪੇ ਵਿੱਚ ਬੱਚਿਆਂ ਦੀ ਜ਼ਿਆਦਾ ਲੋੜ ਆ, ਉਦੋਂ ਰੁਪਈਏ ਡਾਲਰ ਨਹੀਂ ਕੰਮ ਹੋਣੇ, ਉਦੋਂ ਬੱਚੇ ਕੰਮ ਹੋਣੇ। ਸੋ ਬੱਚੇ ਬਾਹਰ ਜਾਣ ਜਿਨ੍ਹਾਂ ਨੂੰ ਲੱਗਦਾ ਕਿ ਇੱਥੇ ਮੇਰਾ ਬਿਜ਼ਨਸ ਨਹੀਂ ਚੱਲ ਪਾ ਰਿਹਾ, ਮਾਂ ਪਿਓ ਦਾ ਕੋਈ ਬਿਜ਼ਨਸ ਨਹੀਂ ਹੈ ਔਰ ਮੈਂ ਪਰਿਵਾਰ 'ਚੋਂ ਇੱਕ ਇਹੋ ਜਿਹਾ ਮੈਂਬਰ ਹੈ, ਚਲੋ ਮੇਰੇ 2 ਭਰਾ ਹੋਰ ਹੈ, ਮੈਂ ਬਾਹਰ ਜਾ ਕੇ ਆਪਣਾ ਪਰਿਵਾਰ ਦਾ ਆਪਣਾ ਫਿਊਚਰ ਔਰ ਆਪਣੇ ਪਰਿਵਾਰ ਦਾ ਫਿਊਚਰ ਵਧੀਆ ਤਰੀਕੇ ਬਣਾ ਸਕਦਾ। ਸਰ ਜਿਵੇਂ ਅੱਜ ਕੱਲ੍ਹ ਹੁਣ ਆਪਾਂ ਦੇਖ ਰਹੇ ਹਾਂ ਕਿ ਹਰ ਇੱਕ ਬੱਚਾ ਹਰ ਇੱਕ YouTube ਚੈਨਲ ਜਾਂ Facebook ਚੈਨਲ 'ਤੇ ਜਾ ਕੇ ਸਰਚ ਕਰਦਾ ਹੈ ਜਦੋਂ ਉਹਨੇ ਆਪਣੀ ਕੰਸਲਟੈਂਟ ਚੂਜ਼ ਕਰਨਾ ਹੁੰਦਾ ਹੈ। ਬਟ ਇਹ ਹੈ ਕਿ ਬੱਚੇ ਨੂੰ ਬਹੁਤ ਸਾਰੀਆਂ ਵੀਡੀਓ ਦੇਖਣ ਨੂੰ ਮਿਲਦੀਆਂ। ਹੁਣ ਅਗਰ ਮੈਂ ਆਪਣੀ ਗੱਲ ਕਰਾਂ, ਮੈਂ ਵੀ ਸਰਚ ਕਰਾਂ ਤਾਂ ਮੈਂ YouTube 'ਤੇ ਦੇਖਾ ਬਹੁਤ ਸਾਰੀਆਂ ਵੀਡੀਓਜ਼ ਨੇ, Facebook 'ਤੇ ਵੀ ਬਹੁਤ ਸਾਰੀਆਂ ਵੀਡੀਓ, ਤਾਂ ਬੱਚਾ ਕਿਤੇ ਨਾ ਕਿਤੇ ਕਨਫਿਊਜ਼ ਹੋ ਜਾਂਦਾ ਹੈ। ਬੜਾ ਵਧੀਆ ਸਵਾਲ ਤੁਹਾਡਾ ਕਿ ਇੱਕ ਕੰਸਲਟੈਂਟ ਦੀ ਚੋਣ ਕਿਵੇਂ ਕੀਤੀ ਜਾਂਦੀ ਹੈ। ਅੱਜ ਤਕਰੀਬਨ 2009 ਤੋਂ ਮੈਂ ਦੇਸ਼ ਪ੍ਰਦੇਸ਼ ਦੇ ਮਾਧਿਅਮ 'ਤੇ ਸਭ ਤੋਂ ਪਹਿਲਾਂ ਮੈਨੂੰ ਯਾਦ ਹੈ ਵਿਸਾਖੀ ਵਾਲਾ ਦਿਨ ਸੀ, 14 ਅਪ੍ਰੈਲ ਸੀ ਸ਼ਾਇਦ ਜਾਂ 13-14 ਅਪ੍ਰੈਲ ਸੀ, 13-14 ਅਪ੍ਰੈਲ 2009 ਤੋਂ ਪਹਿਲੀ ਵਾਰ ਦੇਸ਼ ਪ੍ਰਦੇਸ਼ ਦੇ ਮੰਚ 'ਤੇ ਬੋਲਣਾ ਸ਼ੁਰੂ ਕੀਤਾ ਸੀ। ਅੱਜ ਲਗਭਗ 11 ਸਾਲ ਤੋਂ ਉੱਪਰ ਸਮਾਂ ਹੋ ਚੁੱਕਿਆ। ਪਰ ਜਦੋਂ ਅਸੀਂ ਇਸ ਪ੍ਰੋਫੈਸ਼ਨ ਦੀ ਸ਼ੁਰੂਆਤ ਕੀਤੀ ਸੀ ਉਦੋਂ ਗੱਲਾਂ ਟਾਵਾਂ ਬੰਦਾ ਹੀ ਇਸ ਪ੍ਰੋਫੈਸ਼ਨ ਦਾ ਸੀ। ਜੇ ਮੈਂ ਜਲੰਧਰ ਦੀ ਗੱਲ ਕਰਾਂ ਤਾਂ ਜਲੰਧਰ ਦੀ ਗਿਣਤੀ ਦੇ 5 ਤੋਂ 7 ਕੰਸਲਟੈਂਟ ਸੀ। ਅੱਜ ਜਲੰਧਰ ਵਿੱਚ ਘੱਟੋ ਘੱਟ 500 ਤੋਂ ਉੱਪਰ ਕੰਸਲਟੈਂਟ ਹੈ ਔਰ ਪੂਰੇ ਪੰਜਾਬ 'ਚ 5000 ਤੋਂ ਉੱਪਰ ਰਜਿਸਟਰਡ ਅਨਰਜਿਸਟਰਡ ਕੰਸਲਟੈਂਟ ਕੰਮ ਕਰ ਰਹੇ। ਹਰ ਕਿਸੇ ਨੂੰ ਲੱਗਦਾ ਕਿ ਇਹ ਈਜ਼ੀ ਮਨੀ ਕਮਾਉਣ ਵਾਲਾ ਇੱਕ ਬਿਜ਼ਨਸ ਹੈ। ਪੰਜਾਬ ਦੇ ਵਿੱਚ ਨਾ ਇੱਕ ਭੇਡ ਚਾਲ 'ਚ ਬੜੇ ਲੋਕ ਵਿਸ਼ਵਾਸ ਰੱਖਦੇ। ਇੱਕ ਯਾਦ ਹੋਏਗਾ ਤੁਹਾਨੂੰ, ਇੱਕ ਸਮਾਂ ਸੀ, ਇੱਕ ਦੌਰ ਸੀਗਾ ਜਦੋਂ STD PC ਦਾ ਬੜਾ ਜ਼ਮਾਨਾ ਸੀ। ਜਦੋਂ ਕਿਸੇ ਬੰਦੇ ਨੂੰ ਕੋਈ ਕੰਮ ਕਰਨ ਕਰਦਾ ਸੀ, ਉਹ 50,000 ਰੁਪਏ, 10,000, 20,000 ਲਾ ਕੇ ਇੱਕ ਦੁਕਾਨ ਖੋਲ੍ਹ ਕੇ STD PC ਪਾ ਲੈਂਦਾ ਸੀ। ਫਿਰ ਹੌਲੀ ਹੌਲੀ ਜ਼ਮਾਨਾ ਆ ਗਿਆ, ਫਾਈਨਾਂਸਰ ਬਣਨ ਲੱਗ ਪਏ ਲੋਕ। ਫਿਰ ਜ਼ਮਾਨਾ ਆ ਗਿਆ ਪ੍ਰੋਪਰਟੀ ਡੀਲਰ ਬਣਨ ਲੱਗ ਪਏ ਲੋਕ। ਸੋ ਬੜੇ ਤਰ੍ਹਾਂ ਦੇ ਕਿੱਤੇ ਪੰਜਾਬ ਵਿੱਚ ਮਸ਼ਹੂਰ ਹੋਏ। ਬਟ ਪਿਛਲੇ 5-7 ਸਾਲ ਤੋਂ 10 ਸਾਲ ਤੋਂ ਹਰ ਕਿਸੇ ਨੂੰ ਲੱਗਦਾ ਕਿ ਇੱਕ ਦਫ਼ਤਰ ਬਣਾਓ, ਕਿਰਾਏ 'ਤੇ ਲਓ 50,000 ਦਾ, ਉੱਥੇ 2-4-5 ਲੱਖ ਲਾ ਕੇ ਥੋੜ੍ਹਾ ਦਫ਼ਤਰ ਬਿਠਾ ਕੇ 4 ਮੈਡਮਾਂ ਬਿਠਾ ਕੇ ਦਫ਼ਤਰ ਸ਼ੁਰੂ ਕਰ ਲਓ ਅਤੇ ਫੇਸਬੁੱਕ 'ਤੇ ਫੋਟੋ ਲਾਓ ਦੋ ਵੀਜ਼ਾ ਐਕਸਪਰਟ, ਅਤੇ ਵੀਜ਼ੇ ਲੱਗਣੇ ਸ਼ੁਰੂ ਹੋ ਜਾਂਦੇ। ਬਟ ਇਟਸ ਨੋਟ ਐਵਰੀਬਾਡੀਜ਼ ਕੱਪ ਆਫ ਟੀ। ਕੰਸਲਟੈਂਟ ਬਣਨਾ ਅਤੇ ਕੰਸਲਟੈਂਟ ਕਹਾਉਣਾ 2 ਅਲੱਗ-ਅਲੱਗ ਚੀਜ਼ਾਂ ਨੇ। ਸੋ ਕੰਸਲਟੈਂਟ ਪੰਜਾਬ ਦੇ ਵਿੱਚ ਬਥੇਰੇ ਚੰਗੇ ਵੀ ਨੇ, ਬਥੇਰੇ ਮਾੜੇ ਵੀ ਨੇ, ਬਟ ਇਹ ਬੱਚੇ ਦੀ ਸੋਚ, ਬੱਚੇ ਦੇ ਮਾਂ ਪਿਓ ਦਾ ਤਜਰਬਾ ਡਿਸਾਈਡ ਕਰੇਗਾ ਕਿ ਆਪਣੇ ਬੱਚੇ ਦਾ ਭਵਿੱਖ ਕਿਹਦੇ ਹੱਥ 'ਚ ਫੜਾਉਣਾ ਹੈ। ਜਦੋਂ ਵੀ ਕਿਸੇ ਚੰਗੇ ਕੰਸਲਟੈਂਟ ਦੀ ਭਾਲ ਕਰਨੀ ਹੈ, ਚੋਣ ਕਰਨੀ ਹੈ, ਤਾਂ 10 ਸਾਲ ਦਾ ਰਿਕਾਰਡ ਚੈੱਕ ਕਰੋ। ਅੱਜ ਗੂਗਲ 'ਤੇ ਜਾ ਕੇ ਤੁਸੀਂ ਹਰ ਇੱਕ ਬੰਦੇ ਦੀ, ਹਰ ਇੱਕ ਕੰਪਨੀ ਦੀ ਕੋਈ ਵੀ ਰਿਸਰਚ ਕਰ ਸਕਦੇ ਹੋ। ਜੇ ਮੈਂ RS ਗਲੋਬਲ ਬਾਰੇ ਗੱਲ ਕਰ ਰਿਹਾ ਤਾਂ ਮੈਂ ਆਪਣੇ ਬਾਰੇ ਚੰਗੀਆਂ ਗੱਲਾਂ ਹੀ ਕਰਾਂਗਾ, ਬੁਰੀਆਂ ਗੱਲਾਂ ਨਹੀਂ ਕਰਾਂਗਾ। ਸੋ ਤੁਹਾਡਾ ਫਰਜ਼ ਹੈ ਸਾਡੇ ਫੇਸਬੁੱਕ 'ਤੇ, YouTube 'ਤੇ, ਗੂਗਲ 'ਤੇ RS ਗਲੋਬਲ ਬਾਰੇ ਰਿਸਰਚ ਕਰਨੀ ਕਿ ਲੋਕਾਂ ਦੀ ਕਿੰਨੀ ਕੁ ਵਿਸ਼ਵਾਸ ਨਹੀਂ, ਲੋਕਾਂ ਦਾ ਕਿੰਨਾ ਕੁ ਭਰੋਸੇਯੋਗ ਇਹ ਕੰਪਨੀ ਬਣ ਚੁੱਕੀ ਹੈ। ਸੋ ਜਦੋਂ ਵੀ ਕਿਸੇ ਕੰਪਨੀ ਬਾਰੇ ਰਿਸਰਚ ਕਰਨੀ, ਅੱਜ ਦੀ ਡੇਟ 'ਚ ਡਿਜੀਟਲਾਈਜ਼ਡ ਮੀਡੀਆ ਦਾ ਜ਼ਮਾਨਾ ਹੈ, ਤੁਸੀਂ ਕਿਸੇ ਵੀ ਕੰਪਨੀ ਦੀ ਰਿਸਰਚ ਕੰਪਨੀ ਉਹਦੇ ਆਨਲਾਈਨ ਗੂਗਲ ਤੋਂ ਜਾ ਕੇ ਕਰ ਸਕਦੇ ਹੋ। ਦੂਸਰੀ ਚੀਜ਼, ਉਸ ਕੰਸਲਟੈਂਟ ਦਾ ਆਪਦਾ ਪਿਛੋਕੜ ਕੀ ਹੈ। ਉਸ ਕੰਸਲਟੈਂਟ ਨੇ ਹੁਣ ਤੱਕ ਕਿੰਨੀਆਂ ਸਕਸੈਸ ਸਟੋਰੀ ਦਿਖਾਈਆਂ ਨੇ। ਮੈਂ ਵੀਜ਼ੇ ਦਾ 10 ਫੇਸਬੁੱਕ 'ਤੇ ਦਿਖਾ ਦਾਂਗਾ, ਪਰ ਕਿੰਨਿਆਂ ਪਿੱਛੇ 10 ਵੀਜ਼ੇ ਲੱਗੇ, ਰਿਫਿਊਜ਼ਲ ਦੀ ਰੇਸ਼ੋ ਦੇਖਣ ਦੀ ਲੋੜ ਹੈ।
ਸੋ ਬੇਸਿਕਲੀ ਉਸ ਕੰਸਲਟੈਂਟ ਨੇ ਆਪ ਕਿੰਨਾ ਕੁ ਟਰੈਵਲ ਕੀਤਾ ਹੈ, ਉਹ ਕੰਸਲਟੈਂਟ ਜਿਸ ਕੰਟਰੀ ਬਾਰੇ ਤੁਹਾਨੂੰ ਸਲਾਹ ਦੇ ਰਿਹਾ ਉਸ ਕੰਟਰੀ ਦੇ ਐਜੂਕੇਸ਼ਨ ਸਿਸਟਮ ਦੇ ਨਾਲ ਕਿੰਨਾ ਕੁ ਜੁੜਿਆ ਹੈ। ਅੱਜ ਆਰਐਸ ਗਲੋਬਲ ਦੀ ਗੱਲ ਕਰੇ ਜੇ 30 ਤੋਂ ਉੱਪਰ ਮੁਲਕਾਂ ਨੂੰ ਪ੍ਰਮੋਟ ਕਰਦੇ ਤਾਂ ਹਰ ਰੋਜ਼ ਅਸੀਂ ਕਿਸੇ ਨਾ ਕਿਸੇ ਯੂਨੀਵਰਸਿਟੀ ਨਾਲ ਵੈਬੀਨਾਰ ਤੇ ਜਾਂ ਵੀਡੀਓ ਕਾਲ ਤੇ ਗੱਲ ਕਰਦੇ ਹਾਂ, ਫੋਨ ਤੇ ਗੱਲ ਕਰਦੇ ਹਾਂ, ਨਵੇਂ ਰੂਲਸ ਰੈਗੂਲੇਸ਼ਨ ਜੋ ਆਉਂਦੇ ਨੇ, ਮੇਰੀ R&D ਟੀਮ ਉਹਨਾਂ ਨਾਲ ਜੁੜ ਕੇ ਨਵੇਂ ਰੂਲਸ ਰੈਗੂਲੇਸ਼ਨ ਸਮਝਦੀ ਹੈ। ਸੋ ਜਿਹੜੇ ਕੰਸਲਟੈਂਟ ਸਿੱਧੇ ਤੌਰ ਤੇ ਯੂਨੀਵਰਸਿਟੀ ਨਾਲ ਜੁੜੇ ਨੇ, ਕਾਲਜਿਸ ਨਾਲ ਜੁੜੇ ਨੇ, ਅੰਬੈਸੀ ਨਾਲ ਕੰਮ ਕਰਦੇ ਨੇ, ਉਹਨਾਂ ਦੇ ਤਜਰਬੇ ਤੋਂ ਉਸ ਕੰਸਲਟੈਂਟ ਦੀ ਚੋਣ ਕੀਤੀ ਜਾ ਸਕਦੀ ਹੈ। ਮੋਰਓਵਰ ਪਿਛਲੇ 5-6 ਸਾਲ ਤੋਂ 2013 ਤੋਂ ਜਿਹੜਾ ਕਾਨੂੰਨ ਪੜੇ ਕੀਤਾ ਸੀ ਪੰਜਾਬ ਸਰਕਾਰ ਨੇ ਕਿ ਜੇ ਪੰਜਾਬ 'ਚ ਕੰਸਲਟੈਂਸੀ ਦਾ ਕੰਮ ਕਰਨਾ ਤਾਂ ਪੰਜਾਬ ਸਰਕਾਰ ਦਾ ਲਾਇਸੈਂਸ ਹੋਣਾ ਲਾਜ਼ਮੀ ਹੈ। ਬਟ ਇਹ ਨਹੀਂ ਕਿ ਪੰਜਾਬ ਸਰਕਾਰ ਦਾ ਲਾਇਸੈਂਸ ਹੋਇਆ ਤੁਹਾਡੇ ਨਾਲ ਠੱਗੀ ਨਹੀਂ ਹੋ ਸਕਦੀ। ਮੈਂ ਇਹੋ ਜਿਹੇ ਵੀ ਕੰਸਲਟੈਂਟ ਦੇਖੇ ਪੰਜਾਬ ਸਰਕਾਰ ਦਾ ਲਾਇਸੈਂਸ ਹੋਣ ਦੇ ਬਾਵਜੂਦ ਵੀ ਤੁਹਾਡੇ ਨਾਲ ਠੱਗੀਆਂ ਮਾਰ ਕੇ ਛੂ ਮੰਤਰ ਹੋ ਜਾਂਦੇ ਹੋ। ਸੋ ਇਹ ਤੁਹਾਡਾ ਤਜਰਬਾ ਹੈ, ਤੁਹਾਡੀ ਅਕਲ ਹੈ। ਤੁਸੀਂ ਅੱਜ ਮਾਰਕੀਟ ਜਾ ਕੇ ਜਦੋਂ ਕੋਈ ਸ਼ਰਟ ਲੈਣ ਜਾਣਾ ਜਾਂ ਤੁਸੀਂ ਪੈਂਟ ਲੈਣ ਜਾਣਾ ਜਾਂ ਕੋਈ ਕੱਪੜੇ ਕੋਈ ਵੀ ਸ਼ਾਪਿੰਗ ਕਰਨ ਜਾਣਾ, ਤੁਸੀਂ ਦੇਖਣਾ ਕਿ ਤੁਸੀਂ ਕਿੱਦਾਂ ਦੀ ਚੀਜ਼ ਖਰੀਦਣੀ ਹੈ, ਜਿੱਦਾਂ ਦੇ ਪੈਸੇ ਖਰਚਣੇ ਉਹ ਬ੍ਰਾਂਡ ਖਰੀਦਣਾ ਕਿ ਸਸਤੇ ਭਾਅ 'ਚ ਵਧੀਆ ਚੀਜ਼ ਖਰੀਦਣੀ। ਤੁਸੀਂ ਸਸਤੇ ਭਾਅ ਦੀ ਚੀਜ਼ ਖਰੀਦਣੀ ਹੋਵੇ ਤਾਂ ਕਿਤੇ ਨੁਕਸਾਨ ਵੀ ਹੋ ਸਕਦਾ। ਆਮ ਤੌਰ ਤੇ ਅਸੀਂ ਪੈਕੇਜ ਦੇ ਨਾਮ ਤੇ ਠੱਗੀਆਂ ਹੁੰਦੀਆਂ ਵੇਖਦੇ ਹਾਂ। ਆਮ ਤੌਰ ਤੇ ਅਸੀਂ ਵਰਕ ਪਰਮਿਟ ਦੇ ਨਾਮ ਤੇ ਠੱਗੀਆਂ ਹੁੰਦੀਆਂ ਵੇਖਦੇ ਹਾਂ। ਜਾਂ ਅੱਜ ਤੋਂ ਸਾਲ ਕੁ ਪਹਿਲਾਂ ਝਾਤ ਮਾਰੀ ਅਖਬਾਰਾਂ ਦੀ ਐਡਵਰਟੀਜ਼ਮੈਂਟ ਉੱਤੇ ਤਾਂ ਸਕੂਲਿੰਗ ਵੀਜ਼ਾ ਨਾਂ ਤੇ ਅਸੀਂ ਬਥੇਰੀਆਂ ਠੱਗੀਆਂ ਹੁੰਦੀਆਂ ਵੇਖੀਆਂ। ਜਦੋਂ ਕਿਸੇ ਕੰਸਲਟੈਂਟ ਦੀ ਚੋਣ ਕਰਨੀ ਆ ਉਦੋਂ ਉਹਦੀ ਬੈਕਗਰਾਊਂਡ, ਉਹਦੀ ਸਕਸੈਸ ਸਟੋਰੀ, ਉਹਦੀ ਝਾਪ ਜ਼ਰੂਰ ਮਾਰ ਲਿਓ। ਸਭ ਤੋਂ ਵਧੀਆ ਜਦੋਂ ਕਿਸੇ ਕੰਸਲਟੈਂਟ ਦੇ ਦਫ਼ਤਰ ਜਾਂਦੇ ਹੋ ਕਹਿੰਦੇ ਨਾ ਘਰ ਦੇ ਭਾਗ ਚੁਬਾਰੇ ਤੋਂ ਪਤਾ ਲੱਗ ਜਾਂਦੇ। ਜੋ ਦਫ਼ਤਰ ਜਾਂਦੇ ਉੱਥੇ ਤੁਹਾਨੂੰ ਮਿਲ ਕੇ ਲੋਕਾਂ ਨੂੰ ਹੋਰ ਬੈਠੇ ਕਲਾਇੰਟਸ ਤੋਂ ਪਤਾ ਲੱਗ ਜਾਣਾ। ਤੇ ਜੇ ਤਾਂ ਦਫ਼ਤਰ 'ਚ ਸੁੰਨ ਮਸਾਨ ਫੈਲੀ ਹੈ ਫਿਰ ਤਾਂ ਨਾ ਸਮਝੋ ਕਿ ਕੰਸਲਟੈਂਟ ਦੀ ਰੈਪੂਟੇਸ਼ਨ ਜਾਂ ਕੀ ਉਹਦਾ ਦਾਇਰਾ ਹੋਏਗਾ ਕੰਮ ਕਰਨ ਦਾ। ਤੇ ਜੇ ਉੱਥੇ ਤੁਹਾਨੂੰ ਕੰਸਲਟੈਂਟ ਖੁਸ਼ੀ ਮਿਲ ਰਿਹਾ ਹੈ, ਜਿਨ੍ਹਾਂ ਨੂੰ ਵਧੀਆ ਸਰਵਿਸ ਮਿਲ ਰਹੀ ਹੈ, ਇੱਦਾਂ ਦੇ ਕੰਸਲਟੈਂਟ ਦੀ ਚੋਣ ਕਰਨਾ ਤੁਹਾਡਾ ਆਪਣਾ ਨਿੱਜੀ ਫੈਸਲਾ ਹੋ ਸਕਦਾ। ਹਾਂਜੀ ਸਰ, ਬਹੁਤ ਵਧੀਆ ਲੱਗਾ ਮੈਨੂੰ ਤੁਹਾਡਾ ਜਵਾਬ ਸੁਣ ਕੇ ਕਿ ਬੈਸਟ ਕੰਸਲਟੈਂਟ ਦੀ ਚੋਣ ਕਿਵੇਂ ਕਰ ਸਕਦਾ ਹੈ ਬੱਚਾ। ਸੋ ਅਸੀਂ ਫਿਰ ਮੰਨੀਏ ਕਿ ਸਰ ਤੁਸੀਂ ਇੱਕ ਭਰੋਸੇਮੰਦ ਕੰਸਲਟੈਂਟ ਹੋ। ਹਰ ਕੋਈ ਬੰਦਾ ਆਪਣੇ ਨੂੰ ਭਰੋਸੇਮੰਦ ਹੀ ਕਹਿੰਦਾ, ਬਟ ਮੇਰੇ ਬਾਰੇ ਪਤਾ ਹੋਣਾ ਸਾਡੇ ਫੇਸਬੁੱਕ ਪੇਜ ਤੇ ਜਾਓ, ਸਾਡੇ YouTube ਚੈਨਲ ਤੇ ਜਾਓ, ਸਾਡੀਆਂ ਸਕਸੈਸ ਸਟੋਰੀ ਦੇਖੋ, ਫਿਰ ਡਿਸਾਈਡ ਕਰੋ ਕਿ ਮੈਂ ਭਰੋਸੇਯੋਗ ਹੈ ਕਿ ਨਾ। ਓਕੇ ਸਰ, ਫਿਰ ਸਟੂਡੈਂਟ ਤੁਹਾਨੂੰ ਕਿੱਥੇ ਜਾ ਕੇ ਮਿਲ ਸਕਦੇ ਨੇ? ਇੱਕ ਵਾਰੀ ਆਰਐਸ ਗਲੋਬਲ ਦੀਆਂ ਸੇਵਾਵਾਂ ਲੈਣਾ ਚਾਹੁੰਦੇ ਹੋ, ਚਾਹੇ ਸਟੱਡੀ ਵੀਜ਼ੇ ਨੂੰ ਲੈ ਕੇ, ਚਾਹੇ ਪੱਕੇ ਤੌਰ ਤੇ PR ਨੂੰ ਲੈ ਕੇ, ਸਾਡਾ ਜਲੰਧਰ ਦੇ ਵਿੱਚ ਹੈੱਡ ਆਫਿਸ ਹੈ। ਮੋਹਾਲੀ ਦੇ ਵਿੱਚ 70 ਸੈਕਟਰ ਸਾਡਾ ਆਫਿਸ ਹੈ। ਮੰਡੇ ਵਾਲੇ ਦਿਨ ਮੈਂ ਜਲੰਧਰ ਦਫ਼ਤਰ 'ਚ ਅਵੇਲੇਬਲ ਹੋਣਾ ਤੇ ਫਰਾਈਡੇ ਵਾਲੇ ਦਿਨ ਮੈਂ ਮੋਹਾਲੀ ਦਫ਼ਤਰ 'ਚ ਅਵੇਲੇਬਲ ਹੋਣਾ। ਸੋ ਅਸੀਂ ਕੋਸ਼ਿਸ਼ ਕਰਾਂਗੇ ਜੋ ਸਾਡੀ ਸੀਰੀਜ਼ ਆ ਅਸੀਂ ਇਹਨੂੰ ਇੱਦਾਂ ਹੀ ਕੰਟੀਨਿਊ ਰੱਖਾਂਗੇ। ਸੋ ਨੈਕਸਟ ਐਪੀਸੋਡ 'ਚ ਅਸੀਂ ਤੁਹਾਨੂੰ ਦੱਸਾਂਗੇ ਕਿ ਕਿੱਦਾਂ ਦੀ ਪ੍ਰੋਫਾਈਲ ਵਾਲੇ ਸਟੂਡੈਂਟ ਨੂੰ ਕਿਹੜੀ ਕੰਟਰੀ ਦੇ ਵਿੱਚ ਅੱਗੇ ਜਾਣਾ ਚਾਹੀਦਾ ਤੇ ਉਹਦੀ ਬੈਟਰ ਸੈਟਲਮੈਂਟ ਕਿਹੜੀ ਕੰਟਰੀ 'ਚ ਹੋਏਗੀ। ਪਰ ਇਹਦੇ ਨਾਲ ਮੈਂ ਈਸ਼ਾ ਜੀ ਵੀ ਤੁਹਾਨੂੰ ਦਰਖਾਸਤ ਕਰਾਂਗਾ ਕਿ ਅਗਰ ਤੁਸੀਂ ਕਿਸੇ ਆਪਣੇ ਟੌਪਿਕ ਤੇ ਚਾਹੁੰਦੇ ਹੋ ਕਿ ਅਸੀਂ ਡਿਸਕਸ਼ਨ ਕਰੀਏ ਜਾਂ ਚਰਚਾ ਕਰੀਏ, ਤੁਹਾਡੇ ਕੋਈ ਇਹੋ ਜਿਹੇ ਸਵਾਲ ਨੇ ਤਾਂ ਸਾਡਾ ਨੰਬਰ ਜੋ ਸਕਰੀਨ ਤੇ ਚੱਲ ਰਿਹਾ 70509 70509, ਇਸ ਨੰਬਰ 'ਤੇ ਤੁਸੀਂ WhatsApp ਮੈਸੇਜ ਕਰ ਦੇਣਾ ਕਿ ਅਸੀਂ ਇਸ ਟੌਪਿਕ ਤੇ ਤੁਹਾਡੀ ਡਿਸਕਸ਼ਨ ਚਾਹੁੰਦੇ ਹਾਂ। ਅਸੀਂ ਉਸੇ ਡਿਸਕਸ਼ਨ ਨੂੰ ਆਪਣੇ ਨੈਕਸਟ ਐਪੀਸੋਡ ਦਾ ਹਿੱਸਾ ਬਣਾਉਣ ਦੀ ਕੋਸ਼ਿਸ਼ ਕਰਾਂਗੇ। ਅੱਜ ਦੀ ਦਿਓ ਆ ਗਿਆ, ਨਵੇਂ ਐਪੀਸੋਡ 'ਚ ਨਵੀਂ ਗੱਲ, ਨਵੀਂ ਟੌਪਿਕ, ਨਵੀਂ ਚਰਚਾ ਲੈ ਕੇ ਫਿਰ ਮਿਲਦੇ ਹਾਂ ਨਵੇਂ ਪ੍ਰੋਗਰਾਮ ਸੁਪਨਿਆਂ ਦੀ ਉਡਾਨ ਦੇ ਵਿੱਚ। ਧੰਨਵਾਦ।